Hello everyone. Today we'll discuss about the thermodynamic principles of metallurgy. So to all those who want a quick revision, देखो ਆਪਾਂ we had started कि ਆਪਾਂ ore ਮੈਟਲ ਐਕਸਟਰੈਕਟ ਕਰਨਾ ਰਾਈਟ। ਆਪਾਂ ਨੂੰ ਮੈਟਲ ਚਾਹੀਦਾ, ਆਪਾਂ ਉਹਦਾ ਓਰ ਐਕਸਟਰੈਕਟ ਕੀਤਾ ਫਰੋਮ ਦੀ ਅਰਥਸ ਕਰਸਟ, ਉਹਨੂੰ ਗ੍ਰਾਈਂਡ ਤੇ ਕ੍ਰਸ਼ ਕਰਕੇ ਆਪਾਂ ਕਿੱਥੇ ਪਹੁੰਚੇ ਹਾਂ, ਪਾਊਡਰਡ ਓਰ ਦੇ ਕੋਲ। ਪਾਊਡਰਡ ਓਰ ਕੋਲ ਇੰਪਿਓਰਿਟੀਜ਼ ਵੀ ਹੈ ਵਿਚ ਆਰ ਕਾਲਡ ਐਜ਼ ਦੀ ਗੈਂਗ ਪਾਰਟੀਕਲਸ। ਉਸ ਪਾਊਡਰਡ ਓਰ ਨੂੰ ਤੁਸੀਂ ਕੰਸਨਟਰੇਟ ਕਿਵੇਂ ਕਰਦੇ ਹੋ, ਯਾਨੀ ਕਿ ਉਸ ਦੇ ਵਿੱਚੋਂ ਗੈਂਗ ਪਾਰਟੀਕਲਸ ਕਿਵੇਂ ਰਿਮੂਵ ਕਰਦੇ ਹੋ, by any of these four methods, by leviation, froth flotation, magnetic separation ਜਾਂ leaching। ਤਾਂ ਤੁਹਾਡੇ ਕੋਲ ਕੀ ਆ ਜਾਏਗਾ, ਕੰਸਨਟ੍ਰੇਟਿਡ ਓਰ। ਉਸ ਕੰਸਨਟ੍ਰੇਟਿਡ ਓਰ ਨੂੰ ਆਪਾਂ ਕਾਹਦੇ ਵਿੱਚ ਕਨਵਰਟ ਕਰਨਾ, ਆਕਸਾਈਡ ਦੇ ਵਿੱਚ ਪਹਿਲਾਂ, ਫਿਰ ਉਹ ਆਕਸਾਈਡ ਓਰ ਜਿਹੜਾ ਕੰਸਨਟ੍ਰੇਟਿਡ ਓਰ ਹੈ ਉਸ ਨੂੰ ਆਕਸਾਈਡ ਓਰ ਦੇ ਵਿੱਚ ਕਿਵੇਂ ਕਨਵਰਟ ਕਰ ਸਕਾਂਗੇ, ਈਦਰ ਬਾਈ ਕੈਲਸੀਨੇਸ਼ਨ ਔਰ ਰੋਸਟਿੰਗ। ਕੈਲਸੀਨੇਸ਼ਨ ਕੀਤੀ ਜਾਂਦੀ ਹੈ ਇਨ ਦੀ ਐਬਸੈਂਸ ਆਫ ਆਕਸੀਜਨ ਐਂਡ ਰੋਸਟਿੰਗ ਇਜ਼ ਡਨ ਇਨ ਦੀ ਪ੍ਰੈਜ਼ੈਂਸ ਆਫ ਆਕਸੀਜਨ। ਯਾਨੀ ਕਿ ਇਹਨਾਂ ਦੋਵਾਂ ਦੇ ਵਿੱਚ ਕਾਮਨ ਚੀਜ਼ ਕੀ ਹੈ ਕਿ ਜਿਹੜਾ ਕੰਸਨਟ੍ਰੇਟਿਡ ਓਰ ਹੈ ਦੈਟ ਇਜ਼ ਕਨਵਰਟਿਡ ਇਨਟੂ ਆਕਸਾਈਡ ਓਰ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਉਸ ਆਕਸਾਈਡ ਦੇ ਵਿੱਚੋਂ ਅਸੀਂ ਮੈਟਲ ਐਕਸਟਰੈਕਟ ਕਰਨਾ। ਦੈਟ ਕੈਨ ਬੀ ਡਨ ਬਾਈ ਐਨੀ ਆਫ ਦੀਜ਼ ਮੈਥਡਸ। ਇਹ ਆਪਾਂ ਕੱਲ੍ਹ ਕੀਤਾ ਸੀ ਹਾਈਡਰੋਮੈਟਲਰਜੀ, ਜਿਹਦੇ ਵਿੱਚ ਹਾਈਡਰੋਜਨ ਯੂਜ਼ ਕੀਤਾ ਜਾਂਦਾ। ਹਾਈਡਰੋਜਨ ਤੋਂ ਜਿੰਨੇ ਵੀ ਲੈਸ ਰਿਐਕਟਿਵ ਮੈਟਲਸ ਹੈ ਉਹ ਇਸ ਦੇ ਥਰੂ ਐਕਸਟਰੈਕਟ ਕੀਤੇ ਜਾਂਦੇ ਆ। ਇਲੈਕਟ੍ਰੋਲਿਟਿਕ ਰਿਡਕਸ਼ਨ ਦੇ ਨਾਲ ਜਿਹੜੇ ਮੋਰ ਰਿਐਕਟਿਵ ਮੈਟਲਸ ਹੈ ਉਹ ਐਕਸਟਰੈਕਟ ਕੀਤੇ ਜਾਂਦੇ ਆ। ਰਿਡਕਸ਼ਨ ਵਿਦ H2 ਵਾਟਰ ਗੈਸ, ਰਿਡਕਸ਼ਨ ਵਿਦ MgAl, ਅਤੇ ਆਪਣੇ ਕੋਲ ਸਮੈਲਟਿੰਗ ਆਪਣਾ ਲਾਸਟ ਟੋਪਿਕ ਸੀਗਾ ਇਸ ਵੀਡੀਓ ਤੋਂ, ਜਿਹੜੀ ਪਹਿਲੀ ਵੀਡੀਓ ਹੈ। ਸਮੈਲਟਿੰਗ ਕੀ ਹੁੰਦਾ, ਜਦੋਂ ਆਪਾਂ ਕਿਸੇ ਵੀ ਮੈਟਲ ਆਕਸਾਈਡ ਨੂੰ ਡੀਕੰਪੋਜ਼ ਕਰਨਾ ਹੈ ਵਿਦ ਅ ਸੁਟੇਬਲ ਰਿਡਿਊਸਿੰਗ ਏਜੰਟ ਐਟ ਅ ਵੈਰੀ ਹਾਈ ਟੈਂਪਰੇਚਰ, ਦੈਟ ਇਜ਼ ਕਾਲਡ ਐਜ਼ ਅ ਸਮੈਲਟਿੰਗ। ਅਤੇ ਜਿੱਥੇ ਵੀ ਟੈਂਪਰੇਚਰ ਦੀ ਗੱਲ ਹੁੰਦੀ ਹੈ, ਟੈਂਪਰੇਚਰ ਦੀ ਮਦਦ ਦੇ ਨਾਲ ਜੇਕਰ ਜਦੋਂ ਆਪਾਂ ਕੋਈ ਰਿਐਕਸ਼ਨ ਕੈਰੀ ਆਊਟ ਕਰਦੇ ਹਾਂ ਦੈਨ ਉਸ ਥਰਮੋਡਾਇਨਮਿਕਸ ਇਜ਼ ਇਨਵੋਲਵਡ ਰਾਈਟ। ਹੁਣ ਆਪਾਂ ਇਹ ਗੱਲ ਕਰਨਾ ਹੈ, ਹੁਣ ਫॉर ਮੋਰ ਡੀਪ ਅੰਡਰਸਟੈਂਡਿੰਗ ਆਪਾਂ ਕਿਸ ਸਿਚੁਏਸ਼ਨ 'ਤੇ ਹਾਂ, ਵਾਟ ਆਰ ਵੇਅਰ ਆਰ ਵੀ, ਔਨ ਵਿਚ ਸਿਚੁਏਸ਼ਨ ਆਰ ਵੀ ਹੈਵ ਟੂ ਲੁੱਕ ਫॉर ਦੈਟ ਰਾਈਟ। ਉਹਦੇ ਵਿੱਚ ਹੁਣ ਆਪਾਂ ਕੀ ਕਰਨਾ ਹੈ, ਆਪਣੇ ਕੋਲ ਨਾ ਮੈਟਲ ਆਕਸਾਈਡ ਹੈ ਸੀ, ਇਹਦੇ ਵਿੱਚ ਬਹੁਤ ਥੋਰੋ ਤੁਹਾਨੂੰ ਅੰਡਰਸਟੈਂਡਿੰਗ ਚਾਹੀਦੀ ਹੈ। ਆਪਣੇ ਕੋਲ ਕੀ ਹੈ, ਵੀ ਹੈਵ ਅ ਮੈਟਲ ਆਕਸਾਈਡ, ਆਪਣੇ ਕੋਲ ਹੈ ਇੱਕ ਮੈਟਲ ਆਕਸਾਈਡ ਹੈ ਰਾਈਟ। ਠੀਕ ਹੈ, ਮੈਟਲ ਆਕਸਾਈਡ ਨੂੰ ਤੁਸੀਂ ਉਹਦੀ ਰਿਡਕਸ਼ਨ ਕਰਨੀ ਹੈ, ਰਿਡਕਸ਼ਨ ਕਰਨੀ ਹੈ, ਅਤੇ ਤੁਹਾਡੇ ਕੋਲ ਕੀ ਆ ਜਾਊਗਾ ਇੱਥੇ, ਕਰੂਡ ਮੈਟਲ ਯਾਨੀ ਕਿ ਮੈਟਲ ਰਾਈਟ। ਉਹ ਜਿਹੜੀ ਰਿਡਕਸ਼ਨ ਹੈ, ਠੀਕ ਹੈ, ਟਰਾਈ ਟੂ ਅੰਡਰਸਟੈਂਡ ਮੈਟਲ ਆਕਸਾਈਡ ਦੀ ਜਿਹੜੀ ਰਿਡਕਸ਼ਨ ਹੈ, ਇਫ ਟੈਂਪਰੇਚਰ ਇਜ਼ ਇਨਵੋਲਵਡ, ਯਾਨੀ ਕਿ ਹਾਈ ਟੈਂਪਰੇਚਰ ਇਜ਼ ਇਨਵੋਲਵਡ, ਹੀਟਿੰਗ ਇਜ਼ ਇਨਵੋਲਵਡ, ਦੈਨ ਉਹਦੇ ਵਿੱਚ ਥਰਮੋਡਾਇਨਮਿਕ ਪ੍ਰਿੰਸੀਪਲਸ ਲੱਗਣਗੇ ਰਾਈਟ। ਸੋ ਫਸਟਲੀ ਵਿਲ ਟਾਕ ਅਬਾਊਟ ਇਟਸ ਥਰਮੋਡਾਇਨਮਿਕ, ਯਾਨੀ ਕਿ ਆਹ ਮੈਟਲ ਆਕਸਾਈਡ ਹੈ MXOY, ਇਸ ਦੀ ਆਪਾਂ ਰਿਡਕਸ਼ਨ ਕਰਨੀ ਹੈ, ਯਾਨੀ ਕਿ ਵੀ ਹੈਵ ਟੂ ਡੂ ਦੀ ਰਿਮੂਵਲ ਆਫ ਆਕਸੀਜਨ। ਠੀਕ ਹੈ, ਅਤੇ ਆਪਣੇ ਕੋਲ ਕੀ ਆ ਜਾਊਗਾ, ਮੈਟਲ ਰਾਈਟ। ਹੁਣ ਇਸ ਨੂੰ ਦੋ ਤਰੀਕਿਆਂ ਦੇ ਨਾਲ ਇਹਨੂੰ ਆਪਾਂ ਇਹਦੇ ਵਿੱਚੋਂ ਆਕਸੀਜਨ ਰਿਮੂਵ ਕਰ ਸਕਦੇ ਹਾਂ। ਕਿਸ ਤਰ੍ਹਾਂ, the removal of oxygen can be done by two methods, either by simply increasing the temperature, simply increasing the temperature, यानी कि ਸਿੰਪਲ ਕੀ ਕੀਤਾ, ਤੁਹਾਡੇ ਕੋਲ ਕੋਈ ਮੈਟਲ ਆਕਸਾਈਡ ਹੈ, ਉਹਨੂੰ ਤੁਸੀਂ ਹੀਟ ਕੀਤਾ, ਉਹ ਡੀਕੰਪੋਜ਼ ਹੋ ਜਾਊਗਾ, ਇਟ ਵਿਲ ਫॉर्म ਮੈਟਲ ਐਂਡ ਆਕਸੀਜਨ ਗੈਸ ਵਿਲ ਬੀ ਰਿਲੀਜ਼ਡ। ਮੇਰੀ ਗੱਲ ਸਮਝ ਆ ਗਈ। और by using a suitable reducing agent, कोई भी reducing agent तुसी यूज़ कर सकते हो। फॉर एग्जाम्पल अपने कोल MXOY है, ਇਹਦੇ ਵਿੱਚ ਤੁਸੀਂ ਕਾਰਬਨ ਐਜ਼ ਰਿਡਿਊਸਿੰਗ ਏਜੰਟ ਯੂਜ਼ ਕੀਤਾ ਤਾਂ ਆਪਣੇ ਕੋਲ ਮੈਟਲ ਐਕਸਟਰੈਕਟ ਹੋ ਜਾਊਗਾ,
प्लस अपने कोल की हो जाऊगा कार्बन मोनोऑक्साइड मिल जाऊगा। समझ गए। सो अपने आपां की करना हुण आपां इस दी स्टडी नूं करना है कि किहड़े ऑक्साइड्स बाय सिंपली इनक्रीजिंग दी टैंपरेचर ਉਹ ਡੀਕੰਪੋਜ਼ ਹੋ ਜਾਂਦੇ ਹੈ ਤੇ ਕਿਹੜੇ ਆਕਸਾਈਡਸ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਰਿਡਿਊਸਿੰਗ ਏਜੰਟ ਦੀ ਰਿਕੁਆਇਰਮੈਂਟ ਹੁੰਦੀ ਹੈ। ਠੀਕ ਹੈ, ਉਹ ਅਸੀਂ ਡਿਸਾਈਡ ਕਰਾਂਗੇ ਬਾय ਥਰਮੋਡਾਇਨਮਿਕ ਪ੍ਰਿੰਸੀਪਲਸ ਆਫ ਮੈਟਲਰਜੀ। ਮੇਰੀ ਗੱਲ ਸਮਝ ਆਈ। ਹੁਣ ਆਪਾਂ ਨੂੰ ਪਤਾ ਹੈ ਜਦੋਂ ਵੀ ਆਪਾਂ ਥਰਮੋਡਾਇਨਮਿਕਸ ਦੀ ਗੱਲ ਕਰਦੇ ਹਾਂ we have to consider Gibbs Helmholtz equation, right? ਹੁਣ ਇਹਦੇ ਵਿੱਚ ਧਿਆਨ ਨਾਲ ਸਮਝੋ ਕਿ ਆਪਣੇ ਕੋਲ ਜਿਹੜੀ ਗਿਬਸ ਹੈਲਮੋਲਟਸ ਇਕੁਏਸ਼ਨ ਹੈ ਉਹ ਕੀ ਹੈ, ਡੈਲਟਾ ਜੀ ਇਜ਼ ਇਕੁਅਲ ਟੂ ਡੈਲਟਾ ਐਚ ਮਾਈਨਸ ਟੀ ਡੈਲਟਾ ਐਸ, ਰਾਈਟ। ਆਪਣੇ ਨਾ ਇੱਕ ਓਵਰਆਲ ਰਿਐਕਸ਼ਨ ਹੈ, ਵੀ ਹੈਵ ਐਨ ਓਵਰਆਲ ਰਿਐਕਸ਼ਨ। ਸਪੋਜ਼ ਆਪਣੇ ਕੋਲ ਆ ਰਿਐਕਸ਼ਨ ਹੈ ਐਮ ਕੋਈ ਮੈਟਲ ਆਕਸਾਈਡ ਹੈ MXOY ਹੈ, ਠੀਕ ਹੈ। ਇਹ ਸੋਲਿਡ ਫਾਰਮ 'ਚ ਹੈ, ਯੂ ਗੈਟਿੰਗ ਮਾਈ ਪੁਆਇੰਟ। ਆਪਾਂ ਇਹਨੂੰ ਡੀਕੰਪੋਜ਼ ਕਰਨਾ ਹੈ, ਆਕਸੀਜਨ ਗੈਸ ਰਿਲੀਜ਼ ਹੋ ਜਾਏਗੀ, ਠੀਕ ਹੈ। ਆ ਜਿਹੜੀ ਰਿਐਕਸ਼ਨ ਪੋਸੀਬਲ ਤਾਂ ਹੀ ਹੋਊਗੀ ਜੇ ਓਵਰਆਲ ਡੈਲਟਾ ਜੀ ਕੀ ਹੋਊਗਾ, ਨੈਗੇਟਿਵ, then only the reaction will be spontaneous, is it clear? ठीक है। ਹੁਣ ਆਪਾਂ ਜੇ ਤੁਹਾਨੂੰ ਯਾਦ ਹੋਵੇ ਆਪਾਂ ਐਡਜ਼ੋਰਪਸ਼ਨ ਚੈਪਟਰ ਦੇ ਵਿੱਚ ਵੀ ਡੈਲਟਾ ਜੀ ਇਜ਼ ਇਕੁਅਲ ਟੂ ਡੈਲਟਾ ਐਚ ਮਾਈਨਸ ਟੀ ਡੈਲਟਾ ਐਸ ਦੀ ਗੱਲ ਕੀਤੀ ਸੀ। ਹੁਣ ਜੇ ਤੁਸੀਂ ਦੇਖੋ ਇਹਦੇ ਵਿੱਚ ਆ ਸੋਲਿਡ ਫਾਰਮ ਹੈ, ਆ ਵੀ ਸੋਲਿਡ ਫਾਰਮ ਹੈ ਜਾਂ ਸਾਡੀ ਮੋਲਟਨ ਫਾਰਮ ਹੋਊਗੀ ਤੇ ਆਕਸੀਜਨ ਸਾਡੀ ਗੈਸ ਹੈ। ਜੇ ਤੁਸੀਂ ਕਲੋਜ਼ਲੀ ਅਬਜ਼ਰਵ ਕਰੋ ਪ੍ਰੋਡਕਟ ਸਾਈਡ ਜਿਹੜੀ ਰੈਂਡਮਨੈਸ ਹੈ ਉਹ ਜ਼ਿਆਦਾ ਹੈ, ਯਾਨੀ ਕਿ ਰਸ਼ ਜਾਂ ਜ਼ਿਆਦਾ ਹੈ, ਕਿਉਂਕਿ ਆਕਸੀਜਨ ਇੱਕ ਗੈਸ ਹੈ, ਆਕਸੀਜਨ ਗੈਸ ਟਿਕ ਕੇ ਨਹੀਂ ਰਹਿੰਦੀ, ਇਟ ਕੀਪਸ ਔਨ ਮੂਵਿੰਗ, ਰਾਈਟ। ਸੋ ਇਹਦੇ ਵਿੱਚ ਰੈਂਡਮਨੈਸ ਜ਼ਿਆਦਾ ਪ੍ਰੋਡਕਟ, ਸੋ ਦੈਟ ਮੀਨਸ ਜਿਹੜਾ ਸਾਡਾ ਡੈਲਟਾ ਐਸ ਹੈ ਇਸ ਪ੍ਰੋਸੈਸ 'ਚ ਕੀ ਹੋਊਗਾ, ਪੋਜ਼ੀਟਿਵ, ਰਾਈਟ। ਹੁਣ ਜੇ ਆਪਾਂ ਓਵਰਆਲ ਜੇਕਰ ਆਪਣੀ ਇਫ ਫॉर ਅ ਰਿਐਕਸ਼ਨ delta G is negative, reaction is feasible. If delta S for a reaction is positive, then ਜੇ ਆ ਸਾਡਾ ਪੋਜ਼ਿਟਿਵ ਹੋ ਗਿਆ, ਡੈਲਟਾ ਐਸ ਪੋਜ਼ਿਟਿਵ ਹੈ ਤਾਂ ਰਿਐਕਸ਼ਨ ਤਾਂ ਹੀ ਫਿਜ਼ੀਬਲ ਹੋਊਗੀ ਜੇ ਸਾਡਾ ਟੀ ਡੈਲਟਾ ਐਸ ਵਿਲ ਬੀ ਗ੍ਰੇਟਰ ਦੈਨ ਡੈਲਟਾ ਐਚ, ਦੈਟ ਇਜ਼ ਔਨ ਇਨਕਰੀਜ਼ਿੰਗ ਦੀ ਟੈਂਪਰੇਚਰ। ਦੇਖੋ ਜਿਹੜੀ ਆ ਪ੍ਰੋਸੈਸ ਹੈ ਨਾ ਦੈਟ ਰਿਕੁਆਇਰਸ ਹੀਟ, ਸੋ ਜਿਹੜਾ ਤੁਹਾਡਾ ਡੈਲਟਾ ਐਚ ਹੋਊਗਾ ਦੈਟ ਵਿਲ ਬੀ ਐਂਡੋਥਰਮਿਕ, ਸੋ ਡੈਲਟਾ ਐਚ ਕੀ ਹੋਇਆ ਇੱਥੇ ਪੋਜ਼ਿਟਿਵ। ਸੋ ਦੈਟ ਮੀਨਸ ਆਪਾਂ ਨੂੰ ਓਵਰਆਲ ਡੈਲਟਾ ਜੀ ਨੈਗੇਟਿਵ ਚਾਹੀਦਾ, ਠੀਕ ਹੈ। ਜੇ ਨਹੀਂ ਸਮਝ ਆਈ ਦੇਖੋ ਆਪਣੇ ਕੋਲ ਆਪਾਂ ਕੀ ਕਰਨਾ ਹੈ, ਜਿੰਨੀਆਂ ਵੀ ਮੈਟਲ ਐਕਸਟਰੈਕਸ਼ਨਸ ਹੁੰਦੀਆਂ ਉਹ ਭੱਠੀ ਦੇ ਵਿੱਚ ਹੁੰਦੀਆਂ, ਯਾਨੀ ਕਿ ਬਹੁਤ ਹਾਈ ਟੈਂਪਰੇਚਰ ਰਿਕੁਆਇਰਡ ਹੁੰਦਾ ਹੈ। ਸੋ ਦੈਟ ਮੀਨਸ ਜਦੋਂ ਤੁਸੀਂ ਕਿਸੇ ਮੈਟਲ ਆਕਸਾਈਡ ਨੂੰ ਤੁਸੀਂ ਟੈਂਪਰੇਚਰ ਦੇ ਕੇ ਡੀਕੰਪੋਜ਼ ਕਰਦੇ ਹੋ, ਠੀਕ ਹੈ, ਤਾਂ ਸਭ ਤੋਂ ਪਹਿਲੀ ਗੱਲ ਜਾਣਨ ਵਾਲੀ ਕੀ ਹੈ ਵੀ ਡੈਲਟਾ ਐਚ ਇੱਥੇ ਪੋਜ਼ਿਟਿਵ ਹੈ, ਡੈਲਟਾ ਐਚ ਪੋਜ਼ਿਟਿਵ ਹੈ ਕਿਉਂਕਿ ਜਿਹੜੀਆਂ ਜੇ ਥਰਮਲ ਡੀਕੰਪੋਜੀਸ਼ਨ ਹੈ ਰਿਐਕਸ਼ਨ ਇਜ਼ ਐਂਡੋਥਰਮਿਕ, ਰਾਈਟ। ਤਾਂ ਜਦੋਂ ਡੈਲਟਾ ਐਚ ਸਾਡਾ ਪੋਜ਼ਿਟਿਵ ਹੈ ਰਿਐਕਸ਼ਨ ਇਜ਼ ਐਂਡੋਥਰਮਿਕ। ਹੁਣ ਜੇ ਆਪਾਂ ਡੈਲਟਾ ਐਸ ਦੀ ਗੱਲ ਕਰੀਏ ਉਹ ਵੀ ਪੋਜ਼ਿਟਿਵ ਹੈ। ਹੁਣ ਜੇ ਆਪਾਂ ਓਵਰਆਲ ਡੈਲਟਾ ਜੀ ਦੀ ਗੱਲ ਕਰੀਏ, ਡੈਲਟਾ ਜੀ ਕੀ ਹੈ, ਡੈਲਟਾ ਐਚ ਮਾਈਨਸ ਟੀ ਡੈਲਟਾ ਐਸ। ਹੁਣ ਡੈਲਟਾ ਐਚ ਪੋਜ਼ਿਟਿਵ ਹੈ, ਡੈਲਟਾ ਐਸ ਵੀ ਪੋਜ਼ਿਟਿਵ ਹੈ, ਸੋ ਦੈਟ ਮੀਨਸ ਡੈਲਟਾ ਜੀ ਉਦੋਂ ਨੈਗੇਟਿਵ ਹੋਊਗਾ। ਡੈਲਟਾ ਜੀ ਨੈਗੇਟਿਵ ਕਦੋਂ ਹੋਊਗਾ, ਜਦੋਂ ਆਹ ਵਾਲੀ ਟਰਮ ਵੱਧ ਹੋਊਗੀ। ਇਟ ਇਜ਼ ਓਨਲੀ ਵੈਨ ਦ ਟੀ ਡੈਲਟਾ ਐਸ ਵਿਲ ਬੀ ਗ੍ਰੇਟਰ ਦੈਨ ਡੈਲਟਾ ਐਚ, ਤਾਂ ਹੀ ਸਾਡਾ ਡੈਲਟਾ ਜੀ ਨੈਗੇਟਿਵ ਹੋਣਾ ਪਊਗਾ। ਅਤੇ ਇਹ ਰਿਐਕਸ਼ਨ ਤਾਂ ਹੀ ਹੋਊਗੀ ਜੇਕਰ ਇਹਦਾ ਡੈਲਟਾ ਜੀ ਕੀ ਹੋਊਗਾ, ਨੈਗੇਟਿਵ। ਓਨਲੀ ਦੈਨ ਦ ਪ੍ਰੋਸੈਸ ਵਿਲ ਬੀ ਸਪੋਂਟੇਨੀਅਸ, ਅਦਰਵਾਈਜ਼ ਨੋਟ। ਸਮਝ ਗਏ। ਇੱਕ ਥਿਊਰੀ ਇਹਦੀ ਇਹ ਹੈ। ਹੁਣ ਸਪੋਜ਼ ਕਰੋ ਕਿ ਤੁਹਾਡੇ ਕੋਲ ਡੈਲਟਾ ਜੀ ਕਿਸੇ ਰਿਐਕਸ਼ਨ ਦਾ ਪੋਜ਼ਿਟਿਵ ਹੈ, ਜੇ ਡੈਲਟਾ ਜੀ ਪੋਜ਼ਿਟਿਵ ਹੈ ਦੈਟ ਮੀਨਸ ਉਹ ਰਿਐਕਸ਼ਨ ਨਹੀਂ ਹੋਊਗੀ। ਫਿਰ ਵੀ ਤੁਸੀਂ ਉਸ ਨੂੰ ਕਿਵੇਂ ਕਰਾ ਸਕਦੇ ਹੋ, ਇਟ ਕੈਨ ਬੀ ਮੇਡ ਫਿਜ਼ੀਬਲ ਬਾਈ ਕਪਲਿੰਗ ਇਟ ਵਿਦ ਅਨਦਰ ਰਿਐਕਸ਼ਨ ਵਿਚ ਹੈਜ਼ ਅ ਲਾਰਜ ਨੈਗੇਟਿਵ delta G naught, so that the net delta G of the reaction is negative। ਇਸ ਯਾਨੀ ਕਿ ਇੱਕ ਕੇਸ ਇਹ ਹੈ,
ठीक है भी जे ओवर जेकर तुहाडा डेल्टा एच डेल्टा टी डेल्टा एस डेल्टा एच नालों वध है तो डेल्टा जी तुहाडा ओवरऑल नैगेटिव हो जाऊगा। बट फिर भी जे किसी डेल्टा जी किसी रिएक्शन का पॉजिटिव है फिर उन्होंने तुसी किवें करा सकते हो, दो रिएक्शनस नूं कपल करके। हुण मेरी गल ध्यान नाल सुनो, हुण उसे दो रिएक्शनस नूं मैं किस वे दे नाल हाउ आई एम डूइंग इट, राइट। सपोज तुहाडे कोल एक है HgO है, HgO डिकंपोज हो रहा है मरकरी प्लस ऑक्सीजन, राइट। इहदा आपां नूं पता है डेल्टा एस की है, पॉजिटिव है, इहदा डेल्टा एच भी पॉजिटिव है। ये रिएक्शन तुसी करा सकते हो डेल्टा जी बाय डेल्टा इक्वल टू इस रिएक्शन इस दे नाल ईजीली तुसी की करो टैंपरेचर नूं इनक्रीज कर दो जिहदे नाल टी डेल्टा एस विल बिकम ग्रेटर दैन डेल्टा एच तो ओवरऑल जिहड़ा साडा डेल्टा जी होगा वो की हो जाऊगा नैगेटिव एंड दिस रिएक्शन विल बी फिजिबल। यानी कि जेकर तुहाडे कोल मरकरी दा ऑक्साइड है उहदे तो तुसी मरकरी ऑबटेन करना है तो सिंपली बाय इनक्रीजिंग द टैंपरेचर वो डिकंपोज हो जाऊगा तो तुहाडे कोल की आ जाऊगा मरकरी। हुण सपोज करो तुहाडे कोल एक रिएक्शन हैगी है आयरन ऑक्साइड। आयरन ऑक्साइड जदों डिकंपोज होंदा है टू फॉर्म आयरन प्लस ऑक्सीजन, इहदा डेल्टा जी पॉजिटिव है। सपोज करो इहदा डेल्टा जी हैगा, सपोज इज जस्ट सपोजिशन कि +100 है। तो जदों तुसी आ वाली जदों इस रिएक्शन हुण आ दो रिएक्शनस है, इहदा डेल्टा जी सपोज करो तुहाडे कोल हैगा -120, ठीक है। जदों इन्हां दोवां रिएक्शनस नूं तुसी कपल कीता, इहदा डेल्टा जी ज़्यादा नैगेटिव है, इहदा चलो जिहड़ी यानी कि जे तुसी इस नूं सिंपली हीट करोगे द रिएक्शन विल नॉट टेक प्लेस, उन्हें आयरन नहीं देना। सो इस केस दे विच तुहानूं दो रिएक्शनस कपल करनियां पैणगियां। सपोज उपर वाले दा जिहड़ा पॉजिटिव है सपोजिशन है, इट्स नॉट दी करैक्ट वैल्यू जदों आपां अगे टॉपिक करांगे दैन यू विल अंडरस्टैंड। इनू असी दोवां रिएक्शनस नूं कपल कर दिता। जदों इन्हां दोवां रिएक्शनस नूं कपल कीता तां की होया FeO प्लस कार्बन, इट गिव्स Fe प्लस कार्बन मोनोऑक्साइड तो इन्हां दा डेल्टा ओवरऑल डेल्टा जी की बनया -20। सो ओवरऑल डेल्टा जी -20 का मतलब यानी कि द रिएक्शन बिकम्स फिजिबल, राइट। यानी कि जदों ये कल्ली सीगी जदों आपां कार्बन नहीं लिया सीगा द रिएक्शन वॉज नॉट फिजिबल, बट जदों आपां इन्हां दोवां रिएक्शनस नूं कपल कर दिता तो डेल्टा जी -20 हो गया तो आयरन ऑक्साइड डिकंपोज हो गया कादे विच आयरन। दिस इज़ दी दसो जिहड़ा इत्थे कार्बन है नाउ एक्ट्स एज अ रिड्यूसिंग एजेंट, ठीक है जी। सो हुण आपां ये देखना कि किहड़ियां दो रिएक्शनस नूं किहड़े वो ऑक्साइड्स ने जो सिंपल हीटिंग दे नाल डिकंपोज होकर उन्होंने जोड़ा डेल्टा जी वो नैगेटिव हो जाता है तो किहड़ियां वो रिएक्शनस है जिन्होंने कपल करना पैंदा है, जिन्हां वास्ते कोई सुटेबल रिड्यूसिंग एजेंट यूज़ करना पैंदा है। गल समझ आई। उहदे वास्ते आपां एक डायग्राम स्टडी करना है विच इज़ अ लिंगम डायग्राम विच इज़ वेरी वेरी इंपॉर्टेंट, उसकी अंडरस्टैंडिंग बड़ी इंपॉर्टेंट है। हुण अलिंगम डायग्राम की है राजे, पहला तो सिचुएशन समझो, ठीक है। आपां इस सिचुएशन ते हाँ कि आपां नूं चाहीदा है कोई भी मैटल ऑक्साइड है उन्होंने डिकंपोज करवाना है टू ऑबटेन मैटल एंड ऑक्सीजन, राइट। बट जिहड़ा अलिंगम डायग्राम है वो सानू दसदा है इस दी वैल्यू, यानी कि जदों मैटल ऑक्सीजन दे नाल कंबाइन करदा तो मैटल ऑक्साइड बनाउंदा है। अलिंगम डायग्राम सानू इस बारे दसदा है, उहदे तो असी ऑपोजिट इनफॉर्मेशन एक्सट्रैक्ट करनी है। मेरी गल समझ आ गई। अलिंगम डायग्राम सानू दसदा है फॉर्मेशन ऑफ ऑक्साइड्स, उहदे तो असी डीकंपोजिशन ऑफ ऑक्साइड्स दी इनफॉर्मेशन लैनी है, ठीक है। सो वो आपां किवें इनफॉर्मेशन लवांगे दैट वी हैव टू सी। सो ये जिहड़ा अलिंगम फस्ट यू नीड टू अंडरस्टैंड कि जिहड़ा अलिंगम डायग्राम है वो एक प्लॉट है ऑफ डेल्टा जी नॉट फॉर्मेशन वर्सिज टैंपरेचर, यानी कि जदों
कोई मैटल ते ऑक्सीजन आपस च कंबाइन करते हैं तो मैटल ऑक्साइड बनाते हैं, किन्नी गिब्स फ्री एनर्जी चेंज इनवॉल्वड है, वो अलग अलग ऑक्साइड्स वास्ते असी प्लॉट करते हैं विद रिस्पैक्ट टू टैंपरेचर। समझ गए मेरी गल? सो नाउ लेट्स टॉक अबाउट अ लिंगम डायग्राम। A Lingam diagram represents the variation of Gibbs energy with the temperature. A Lingam diagram helps in considering the choice of the reducing agent in the reduction of oxides and help in predicting the feasibility of thermal reduction of an ore. The criteria of feasibility is that at a given temperature Gibbs energy of the reaction must be नेगेटिव। अब ये तो ना ऑपोजिट इन्फॉर्मेशन एक्सट्रैक्ट करनी है, ठीक है, ऑपोजिट इन्फॉर्मेशन, ठीक है। सो मैं जे तो अलिंगम डायग्राम, लेट मी शो यू द अलिंगम डायग्राम फर्स्ट कि साडा अलिंगम डायग्राम हुंदा किस तरह का है। दिस इज द अलिंगम डायग्राम, ठीक है जी। दिस इज द अलिंगम डायग्राम। ये प्लॉट करता है डेल्टा जी नॉट नू विद रिस्पैक्ट टू टैंपरेचर, राइट। फॉर्मेशन इट्स नॉट अबाउट डीकंपोजिशन, यानी कि जी पहली कर्व देखो सिल्वर ते ऑक्सीजन कंबाइन करके सिल्वर ऑक्साइड, ये तो सानू पुट्ठी इन्फॉर्मेशन चाहिए है। तो जे फॉरवर्ड रिएक्शन वास्ते डेल्टा जी नैगेटिव है तो बैकवर्ड रिएक्शन वास्ते डेल्टा जी पॉजिटिव होगा, ये गल समझते हो। सिमिलरली नैक्सट विच मरकरी प्लस ऑक्सीजन गिव्स मरकरी ऑक्साइड, सो दैट मीनस ये जिवें सारिਆਂ वास्ते फॉर्मेशन ऑफ ऑक्साइड्स है, बट आपां नूं जिहड़ी इन्फॉर्मेशन है वो पुट्ठी चाहिए है। पुट्ठे तो हुण असीं किवें अबस्ट्रैक्ट कर सकते हैं इन्फॉर्मेशन। यू गेट, दिस इज़ द अलिंगम डायग्राम। चंगी तरह गो थ्रू होवो कि इट इज़ फॉर्मेशन ऑफ ऑक्साइड्स। ये जिहड़ी इन्फॉर्मेशन है ये सानू दसदी है फॉर्मेशन ऑफ ऑक्साइड्स। ये तो असी पुट्ठा स्टडी करना है इन की है उहदे विच स्टडी करना है इन दी डीकंपोजिशन ऑफ दी ऑक्साइड्स, राइट। गो थ्रू द लिंगम डायग्राम। हुण जे तुसीं ध्यान नाल देखो कि आ जीरो, ठीक है, उस तो बाद जिहड़ियां नीचे है वो सारियां नैगेटिव है। नैगेटिव वैल्यू का मतलब है कि जिहड़ी उन्हां दी फॉर्मेशन ऑफ ऑक्साइड है, नैगेटिव का मतलब है गिब्स एनर्जी नैगेटिव होने का मतलब की है राजे कि जिहड़ा साडा आ वाले जिन्ने भी जीरो तो नीचे लाई करते हैं वो सारे स्टेबल ने, सारे स्टेबल ऑक्साइड्स बना रहे हैं। यानी कि जिमें सपोज आ कॉपर पहले जिहड़ी आ तां उपर क्रॉस कर गई ना, जिहड़ियां जीरो नू क्रॉस करके पॉजिटिव वाल नू जा रही हैं, एक बारी वो इग्नोर कर दिओ। नीचे वालियां वेखो जिहड़ियां सारियां नैगेटिव वाल नू लाई करदियां। जिहड़ा कॉपर ते ऑक्सीजन कंबाइन करके कॉपर ऑक्साइड बना रहा है, दैट मीनस नैगेटिव वाले पासे इहदा मतलब ये होया कि इन्हां दे जिहड़े ऑक्साइड्स है जिहड़े नैगेटिव वाल नू लाई करदे है, ये सारे ऑक्साइड्स स्टेबल है। इन्हां नू सिंपली हीट करके आपां इन्हां तो मैटल अबस्ट्रैक्ट नहीं कर सकते। समझ आ गई? हुण जिहड़े पॉजिटिव वाल नू लाई करदे आ वो सिंपली टैंपरेचर इनक्रीज़ करन दे नाल उन्हां दी कर्व पॉजिटिव वाल नू जा रही है। तो इन्हां दा की हो जूगा, जिहड़ा डेल्टा जी आ वो पॉजिटिव है, इहदा मतलब इन्हां दी फॉर्मेशन ऑफ ऑक्साइड्स स्टेबल नहीं हैगे, इन्हां दे ऑक्साइड्स स्टेबल नहीं हैगे। तो सिंपली बाय इनक्रीजिंग द टैंपरेचर असी उस रिएक्शन नू की कर सकते हैं, पुट्ठी रिएक्शन नू कैरी आउट कर सकते हैं। जिवें हुण देखो तुहाडे कोल ना आह सीगी जिहड़ी कर्व है, आपां पार्ट वाइज डिवाइड करते हैं। आ सपोज आ जीरो वाले है, ठीक है। आपां देखिया कि मरकरी जिहड़ा ए जी है ना, ए जी प्लस ऑक्सीजन गिव्स ए जी ओ। किसी टैंपरेचर तो बाद इहदा जिहड़ा ए जी ओ है ये लैस स्टेबल हो गया, तां ही डेल्टा जी पॉजिटिव होया। तो जदों जिहड़ा ए जी एट हाई टैंपरेचर कर लो, एट हाई टैंपरेचर ए जी प्लस ओ टू गिव्स ए जी ओ। इहदा डेल्टा जी की है पॉजिटिव, दैट मीनस इहदा मतलब की होया
कि जिहड़ा AgO है इज़ अनस्टेबल। तो जिहड़ी इहदी ऑपोजिट रिएक्शन होगी Ag गिव्स Ag+O2, ਉਹਦੀ ਡੈਲਟਾ ਜੀ ਨੈਗੇਟਿਵ ਹੋ ਜਾਊਗਾ। ਸੋ ਦੈਟ ਮੀਨਸ ਆਪਾਂ ਈਜ਼ੀਲੀ AgO ਤੋਂ Ag ਪ੍ਰਿਪੇਅਰ ਕਰ ਸਕਦੇ ਹਾਂ। ਸਮਝ ਗਏ ਮੇਰੀ ਗੱਲ? ਸਿੰਪਲੀ ਬਾਈ ਇਨਕਰੀਜ਼ਿੰਗ ਦਾ ਟੈਂਪਰੇਚਰ। ਇਹਦੇ ਵਿੱਚ ਕੋਈ ਵੀ ਰਿਡਿਊਸਿੰਗ ਏਜੰਟ ਜਾਂ ਹੋਰ ਕਿਸੇ ਦੀ ਕੋਈ ਲੋੜ ਨਹੀਂ ਹੈਗੀ। ਸਮਝ ਗਏ ਮੇਰੀ ਗੱਲ? ਤਾਂ ਇਸ ਤਰ੍ਹਾਂ ਆਪਾਂ ਇਨਫੋਰਮੇਸ਼ਨ ਇਹਦੇ ਤੋਂ ਸਾਨੂੰ ਕੀ ਇਨਫੋਰਮੇਸ਼ਨ ਮਿਲੀ ਕਿ Ag ਜਦੋਂ ਆਕਸੀਜਨ ਦੇ ਨਾਲ ਕੰਬਾਈਨ ਕਰਦਾ ਹੈ ਸਿਰਫ ਲੋ ਟੈਂਪਰੇਚਰ 'ਤੇ ਉਹ ਸਟੇਬਲ ਹੈ, ਹਾਈ ਟੈਂਪਰੇਚਰ 'ਤੇ ਜਿਹੜਾ ਡੈਲਟਾ ਜੀ ਆ ਉਹ ਪੋਜ਼ੀਟਿਵ ਹੋ ਰਿਹਾ। दैट मीन जो पॉजिटिव हो रहा है दैट मीन जो AgO बनना है वो नॉन स्पॉन्टेनियस है, यानी कि AgO इज़ अनस्टेबल। तो जो असी रिएक्शन ऑपोजिट करके देखना है, हुण अपने कोल तां AgO प्रेजेंट है, उन्होंने सिंपली हीट करो तो कोल की आ जाऊगा Ag+ ऑक्सीजन, क्योंकि वह डेल्टा जी की है नैगेटिव। हुण जिहड़ी प्रॉब्लम क्रिएट हुंदी है वो क्रिएट हुंदी है जिहड़े नीचे वाले ऑक्साइड्स है जिन्हां वास्ते डेल्टा। जिमें हुण सपोज करो कॉपर है, कॉपर का करव देखो चंगी तरह। कॉपर का जे तुसी देखो तो तुहाडू 300 तो नीचे है। सपोज आप इनू 290 ले लैंदे हैं, यानी कि मैं की कहना चाह रही हैं कि जदों कॉपर प्लस ऑक्सीजन बनता है टू फॉर्म कॉपर ऑक्साइड, उहदा डेल्टा जी की है -299। -299 का मतलब है रिएक्शन की है स्पॉन्टेनियस। दैट मीन्स Cu2O इज़ स्टेबल। Cu2O स्टेबल है, दैट मीन्स जे तुसी उसकी रिएक्शन पुट्ठी करोगे, सो जे तुसी डीकंपोज कराओगे Cu2O नू, इट विल गिव Cu+O2। उहदे वास्ते डेल्टा जी तो +299 हो गया, 90 या 99 हो गया। दैट मीन्स द रिएक्शन विल नॉट टेक प्लेस। यानी कि जे तुहाडे कोल कॉपर ऑक्साइड और हैगा, उन्होंने सिंपली हीट करके तुहानू कॉपर नहीं मिलूगा। समझ गए? क्योंकि उन्होंने जिहड़े ऑक्साइड्स है वो की है, वो तो स्टेबल है। पल्ले पई गल, ये सिचुएशन है हुण अपने कोल। तो हुण आपां की करना है, आपां अलिंगम डायग्राम तो देखना है कि किवें आपां इस दे विच्चों ही कोई रिड्यूसिंग एजेंट चूज करके आपां रिएक्शन नू की आपां जिहड़े ऑक्साइड्स है उन्होंने डीकंपोज कर सकते हैं। ठीक है, फॉर इसकी फर्दर आपां कंटिन्यूएशन करांगे, थोड़ा जिहा पढ़ लीजिए। हुण देखो जिहड़ा साडा अलिंगम डायग्राम है, ठीक है, वो की है? A lingam diagram normally consists of plots of delta G formation versus temperature for the formation of oxides of elements, that is for the reaction। ये वाली मैं पहले ही गल कर चुकी है। In this reaction the amount of gas oxygen, hence randomness, is decreasing from left to right, leading to negative value of delta S। Thus delta G increases despite increasing temperature। The result is positive slope in the curve for most of the reactions for the form। यानी कि ये की कह रहे हैं कि जड़ी तुहाडी आ अलिंगम डायग्राम है, ये विच सारियां कर्व्स उपर नू जा रही हैं। ठीक है, घट नैगेटिव वाले पासे जां पॉजिटिव वाले पासे। दैट मीनस इनीशियली ਤਾਂ ਜਿਹੜੇ ਆਕਸਾਈਡਸ ਹੈ ਉਹ ਲੋਅਰ ਟੈਂਪਰੇਚਰ 'ਤੇ ਸਟੇਬਲ ਹੈ, ਬਟ ਜਿਵੇਂ ਜਿਵੇਂ ਤੁਸੀਂ ਟੈਂਪਰੇਚਰ ਇਨਕਰੀਜ਼ ਕਰ ਰਹੇ ਹੋ ਉਹ ਜਿਹੜੀਆਂ ਵੈਲਿਊਜ਼ ਹੈ ਉਹ ਘੱਟ ਨੈਗੇਟਿਵ ਵਾਲੇ ਪਾਸੇ ਜਾ ਰਹੀਆਂ। ਦੈਟ ਮੀਨਸ ਵਿਦ ਟੈਂਪਰੇਚਰ ਜਦੋਂ ਰਾਈਜ਼ ਹੋ ਰਿਹਾ ਹੈ ਇਹ ਜਿਹੜੇ ਆਕਸਾਈਡਸ ਹੈ ਇਹ ਥੋੜ੍ਹੇ ਅਨਸਟੇਬਲ ਹੋ ਰਹੇ ਹੈ। ਸੋ ਜਿੰਨੀਆਂ ਵੀ ਮੈਟਲਰਜੀਕਲ ਪ੍ਰੋਸੈਸਿਸ ਹੈ ਉਹ ਹਾਈ ਟੈਂਪਰੇਚਰ 'ਤੇ ਕੀਤੇ ਜਾਂਦੇ ਹੈ, ਇਹ ਇਸ ਦਾ ਭਾਵ ਇਹ ਹੈ। ਠੀਕ ਹੈ ਜੀ, ਨੈਕਸਟ ਕੀ ਹੈ, ਅਸੀਂ ਕੀ ਕਹਿ ਰਹੇ ਹਾਂ ਕਿ ਜਿਹੜਾ ਸਾਡਾ ਡੈਲਟਾ ਈਚ ਪਲਾਟ, ਹੁਣ ਉਹਦੇ ਵਿੱਚ ਹੈ ਕਿ ਈਚ ਪਲਾਟ ਇਜ਼ ਅ ਸਟ੍ਰੇਟ ਲਾਈਨ ਐਕਸੈਪਟ ਵੈਨ ਸਮ ਚੇਂਜ। ਜੇ ਤੁਸੀਂ ਦੇਖੋ ਤਾਂ ਪੂਰੀਆਂ ਕਰਵਸ ਸਟ੍ਰੇਟ ਨਹੀਂ ਹੈਗੀਆਂ, ਕਿਤੇ ਕਿਤੇ ਤੁਹਾਨੂੰ ਕਿੰਕ ਜਿਹਾ ਵੀ ਮਿਲਦਾ, ਯਾਨੀ ਕਿ ਕਿਤੇ ਕਿਤੇ ਬੈਂਟ ਜਿਹਾ ਵੀ ਮਿਲਦਾ। ਦੇਖੋ ਆਹ ਸਟ੍ਰੇਟ ਲਾਈਨ ਨਹੀਂ ਹੈ, ਜਿਵੇਂ ਹੁਣ ZN ਦੀ ਵੇਖੀਏ, ZN ਦੀ ਇੱਥੋਂ ਤੱਕ ਸਟ੍ਰੇਟ ਹੈ, ਫਿਰ ਇੱਕ ਬ੍ਰੇਕ ਜਿਹਾ ਪੈ ਕੇ ਫਿਰ ਸਟ੍ਰੇਟ ਹੁੰਦਾ। सिमिलरली आ देखो आ एक ब्रेक पै के फिर स्ट्रेट होंगे। इस ब्रेक का मतलब की है, ईच प्लॉट इज़ अ स्ट्रेट लाइन एक्सैप्ट वैन सम चेंज इन फेज़। यानी कि जोड़ा किंक है वो की सानू दसदा है कि फेज़ चेंज हो रहा है, ईदर सॉलिड टू लिक्विड और लिक्विड टू गैस टेक्स प्लेस।
The temperature at which such change occurs is indicated by an increase in the slope on the positive side. In ZnO plot, the melting is indicated by an abrupt change in the curve, यानी कि जिथे एक बारी stop हो जाती है curve abruptly ਤੇ ਫਿਰ ਉੱਪਰ ਨੂੰ ਚੜ੍ਹਦੀ ਹੈ, ਠੀਕ ਹੈ। ਉਸ ਤੋਂ ਬਾਅਦ ਹੈ there is a point in a curve below which delta G is negative. Above this point mx हो ਜਿਹੜਾ ਸਾਡਾ metal oxide है will decompose on its own, ठीक है। there is a point, ਉਹ ਕਹਿ ਰਹੇ there is a point in the curve, ਦੇਖੋ ਇੱਥੇ ਜਿਵੇਂ ਆਹ ਪੁਆਇੰਟ ਹੈ ਇਹਦੇ ਵਾਸਤੇ ਐਚ ਜੀ ਵਾਸਤੇ ਆਹ ਪੁਆਇੰਟ ਹੈ, ਇਹਦੇ ਤੋਂ ਥੱਲੇ ਥੱਲੇ ਜਿਹੜੇ ਆਕਸਾਈਡਸ ਹੈ ਉਹ ਸਟੇਬਲ ਹੈ। ਇਹਦੇ ਤੋਂ ਜਿਵੇਂ ਹੀ ਅਸੀਂ ਕਰਵ ਉੱਪਰ ਨੂੰ ਗਏ, ਜਿਹੜੇ ਕਰਵ ਜਦੋਂ ਉੱਪਰ ਨੂੰ ਗਈ ਉਹ ਅਨਸਟੇਬਲ ਹੋ ਗਈ ਕਿਉਂਕਿ ਪੋਜ਼ਿਟਿਵ ਵਾਲੇ ਪਾਸੇ, ਸੋ ਦੈਟ ਮੀਨਸ ਉਹ ਆਪੇ ਦੇ ਆਪ ਹੀ ਟੈਂਪਰੇਚਰ ਇਨਕਰੀਜ਼ ਦੇ ਨਾਲ ਕੀ ਹੋ ਜਾਣਗੀਆਂ, ਡੀਕੰਪੋਜ਼ ਹੋ ਜਾਣਗੀਆਂ, ਠੀਕ ਹੈ। In an Ellingham diagram, the plots of delta G naught is for oxidation of common metals and some reducing agents are given, ठीक है। If one metal is used to reduce the oxide of the other metals for which free energy of formation of their oxides is more negative, can reduce those metals for which the free energy of the formation of their respective oxides is less negative, ठीक है। नहीं समझ आई होगी आई नो, पर ਆਪਾਂ let me complete the wording की है। A metal can reduce oxide of the other metals which lie above it in the Ellingham diagram because in such a process Gibbs free energy change becomes negative by an amount equal to the difference between the two graphs at that particular temperature, right। ਹੁਣ ਇਸ ਨੂੰ for that we need the Ellingham diagram again कि ਆਪਾਂ ਹੁਣ ਆਪਾਂ ਕੀ ਕਰਨਾ ਹੈ, ਸਾਡੇ ਕੋਲ ਆ ਸਿਚੁਏਸ਼ਨ ਤਾਂ ਕਲੀਅਰ ਹੋ ਗਈ, this is clear। ਜਿਹੜੀ ਉੱਪਰ ਵਾਲੀ ਸਿਚੁਏਸ਼ਨ ਹੈ ਨਾ, ਜਿਹੜੇ ਕਰਵਸ ਜ਼ੀਰੋ ਨੂੰ ਕ੍ਰੋਸ ਕਰਕੇ ਪੋਜ਼ਿਟਿਵ ਵਾਲੇ ਪਾਸੇ ਜਾ ਰਹੇ ਹੈ, ਉਹਨਾਂ ਵਾਸਤੇ ਕੋਈ ਰਿਡਿਊਸਿੰਗ ਏਜੰਟ ਦੀ ਲੋੜ ਨਹੀਂ ਪੈਂਦੀ, ਉਹਨਾਂ ਨੇ ਸਿੰਪਲੀ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਉਹਨਾਂ ਦੇ ਜਿਹੜੇ ਆਕਸਾਈਡ ਹੈ ਉਹ ਡੀਕੰਪੋਜ਼ ਹੋ ਜਾਣਗੇ। ਪ੍ਰੋਬਲਮ ਆਉਂਦੀ ਹੈ ਰਾਜੇ ਜਿਹੜੇ ਨੀਚੇ ਵਾਲੇ ਲਾਈ ਕਰਦੇ ਹੈ। ਹੁਣ ਦੇਖੋ ਧਿਆਨ ਨਾਲ ਦੇਖੋ, ਸਪੋਜ਼ ਆਪਣੇ ਕੋਲ ਤੁਸੀਂ ਕਰਵਸ ਕਿਹੜੀਆਂ ਧਿਆਨ ਨਾਲ ਦੇਖਣੀਆਂ, ਤੁਸੀਂ ਦੇਖੋ ਐਲੂਮੀਨੀਅਮ ਤੇ ਮੈਗਨੀਸ਼ੀਅਮ ਦੀਆਂ ਸਪੋਜ਼ ਦੇਖੋ, ਠੀਕ ਹੈ। ਹੁਣ ਆਪਣੇ ਕੋਲ ਆਪਾਂ ਦੋ ਸਿਚੁਏਸ਼ਨਸ ਹੈ, ਆਪਾਂ ਪਹਿਲਾਂ ਇਹਨਾਂ ਦਾ ਗ੍ਰਾਫ ਬਣਾ ਲਈਏ, ਠੀਕ ਹੈ। ਜਿਹੜਾ ਅਲਿੰਗਮ ਡਾਇਗਰਾਮ ਅੱਡ ਇਕੱਲੇ ਦਾ ਆਪਾਂ ਗ੍ਰਾਫ ਬਣਾਵਾਂਗੇ ਪਹਿਲਾਂ, ਠੀਕ ਹੈ। ਧਿਆਨ ਨਾਲ ਦੇਖੋ ਕਿ ਜਿਹੜਾ ਐਲੂਮੀਨੀਅਮ ਤੇ ਉਹਦਾ ਗ੍ਰਾਫ ਹੈ ਡੈਲਟਾ ਜੀ ਨੋਟ, ਇਹ ਜਿਹੜਾ ਐਲੂਮੀਨੀਅਮ ਸਪੋਜ਼ ਸਾਡਾ -1100 ਤੇ mg ਦਾ ਗ੍ਰਾਫ ਹੈ, ਫਿਰ ਉਹ ਕ੍ਰੋਸ ਕਰ ਜਾਂਦਾ ਐਲੂਮੀਨੀਅਮ ਦੇ ਗ੍ਰਾਫ ਨੂੰ ਐਟ 1363 ਕੈਲਵਿਨ, ਰਾਈਟ। ਸੌਰੀ ਇੱਥੇ ਕਿੰਕ ਹੈ ਉਹ ਤਾਂ, ਤੇ 1100 ਤੇ -1000 ਦੇ ਵਿਚਕਾਰ, ਠੀਕ ਹੈ। ਇੱਕ ਫਿਰ ਐਲੂਮੀਨੀਅਮ ਦਾ ਕਰਵ ਹੈ ਜਿਹੜਾ ਕਿ ਕ੍ਰੋਸ ਕਰ ਰਿਹਾ ਐਟ 1623 ਕੈਲਵਿਨ, ਠੀਕ ਹੈ। ਜਿਹੜੀ ਨੀਚੇ ਵਾਲੀ ਕਰਵ ਹੈ ਦੈਟ ਇਜ਼ 2mg plus O2 gives 2mgO, ਰਾਈਟ। ਤੇ ਜਿਹੜੀ ਉੱਪਰ ਵਾਲੀ ਹੈ 4/3 Al plus O2 gives 2/3 Al2O3. This is the situation. This is, ठीक है। आ साडा मैं कर्व ड्रॉ किया है, राइट। हुण जे सब हुण अपने कोल दो सिचुएशनस है, राइट। अपने कोल आ दो कर्व्स है, इन्हां तो हुण आपां नूं अलिंगम डायग्राम किवें समझ आऊगा। आप आ सपोज तुसी कह लो कि ये तुहाडी -1050 है सपोज, ठीक है, एलूमीनियम वाली कर्व। हुण देयर आर टू सिचुएशनस। वन सिचुएशन इज़ कि जिहड़ा सपोज तुहाडे कोल दो केसिस है, तुहाडे कोल तुसी
aluminium is reducing agent for MgO, right? ਇਹਦੇ ਵਿੱਚ situation ਹੈ Mg is reducing agent for Al2O3. I'm not considering any stoichiometry, कोई balancing नहीं, simple. ਜਦੋਂ aluminium is reducing agent for MgO, मतलब ਸਾਡੇ ਕੋਲ MgO ਹੈ, ਉਹ ਡੀਕੰਪੋਜ਼ ਹੋ ਰਿਹਾ ਹੈ ਟੂ Mg+O2, ਉਹਦੀ ਵੈਲਿਊ ਉਹਨਾਂ ਨੇ ਡੈਲਟਾ G01 ਆਪਾਂ ਲੈ ਲੈਂਦੇ ਹਾਂ, ਕਿੰਨੀ ਹੈ -1100, ਰਾਈਟ? ਹੁਣ -1100 ਤਾਂ ਉਹਦੀ ਫਾਰਮੇਸ਼ਨ 'ਤੇ ਸੀਗੀ, ਜਦੋਂ ਆਪਾਂ ਪੁੱਠੀ ਕਰਤੀ ਡੀਕੰਪੋਜੀਸ਼ਨ, ਉਹ -1100 ਕੀ ਬਣ ਗਿਆ +1100, ਕਿਉਂਕਿ ਆਪਾਂ ਪੁੱਠੀ ਰਿਐਕਸ਼ਨ ਲਈ ਹੈ। ਅਤੇ ਜਿਹੜਾ ਐਲੂਮੀਨੀਅਮ ਹੈ ਦੈਟ ਵਿਲ ਐਕਟ ਐਜ਼ ਅ ਰਿਡਿਊਸਿੰਗ ਏਜੰਟ, ਉਹ ਕੀ ਫੋਰਮ ਕਰੇਗਾ Al2O3, ਇਹਦਾ ਡੈਲਟਾ G0 ਕਿੰਨਾ ਹੋਇਆ -1050। ਤਾਂ ਜਦੋਂ ਅਸੀਂ ਦੋਵਾਂ ਨੂੰ ਕੰਬਾਈਨ ਕੀਤਾ ਤਾਂ ਕੀ ਬਣਿਆ ਐਲੂਮੀਨੀਅਮ ਪਲੱਸ MgO, ਇਟ ਗਿਵਸ Mg ਪਲੱਸ Al2O3, ਅਤੇ ਜਿਹੜਾ ਡੈਲਟਾ G0 ਕਿੰਨਾ ਹੋਇਆ ਡੈਲਟਾ G01 ਪਲੱਸ ਡੈਲਟਾ G02, तो वैल्यू कितनी आई 50, वैल्यू होगी पॉजिटिव, सो दैट मीन्स आ रिएक्शन तो पॉसिबल ही है नहीं। सो दैट मीन्स एलुमिनियम कैन नॉट एक्ट एज अ रिड्यूसिंग एजेंट फॉर मैग्नीशियम, ठीक है? यानी कि 162 ते मतलब बिलो, आई एम टॉकिंग अबाउट बिलो 1623 कैलविन, क्योंकि आ जड़ियाँ वैल्यूज़ है आप बिलो वास्ते यूज़ की हैं। ਹੁਣ ਨੈਕਸਟ ਸਿਚੁਏਸ਼ਨ ਇਜ਼ Mg ਇਜ਼ ਰਿਡਿਊਸਿੰਗ ਏਜੰਟ। ਹੁਣ ਜਿਹੜਾ Al2O3 ਹੈ ਉਹ ਡੀਕੰਪੋਜ਼ ਕਰੂਗਾ Al ਪਲੱਸ ਆਕਸੀਜਨ, ਇਹਦੇ ਵਾਸਤੇ ਆਪਣਾ ਡੈਲਟਾ G01 ਕਿੰਨਾ ਹੋਇਆ +1050, ਰਾਈਟ? ਕਿਉਂਕਿ ਆਪਾਂ ਪੁੱਠੀ ਲੈ ਲਈ। ਅਤੇ ਜਿਹੜਾ Mg ਹੈ ਦੈਟ ਵਿਲ ਐਕਟ ਐਜ਼ ਅ ਰਿਡਿਊਸਿੰਗ ਏਜੰਟ, ਤਾਂ ਕੀ ਬਣ ਗਿਆ Mg ਪਲੱਸ ਆਕਸੀਜਨ ਗਿਵਸ MgO, ਇਹਦਾ ਡੈਲਟਾ G02 ਕਿੰਨਾ ਹੋ ਗਿਆ -1100, ਅਤੇ ਜਦੋਂ ਅਸੀਂ ਇਹਨਾਂ ਨੂੰ ਮਿਲਾਇਆ Mg ਪਲੱਸ Al2O3 ਗਿਵਸ Al ਪਲੱਸ MgO, ਤੁਹਾਨੂੰ Al ਮਿਲ ਗਿਆ, ਠੀਕ ਹੈ ਜੀ? ਅਤੇ ਇਹਦਾ ਡੈਲਟਾ G0 ਕਿੰਨਾ ਬਣਿਆ -1100 ਪਲੱਸ 1050, ਤਾਂ ਸਾਡੇ ਕੋਲ ਕਿੰਨਾ ਆਇਆ -50, ਦੈਟ ਮੀਨਸ ਇਹ ਤਾਂ ਰਿਐਕਸ਼ਨ ਪੋਸੀਬਲ ਹੈ। ਸੋ ਦੈਟ ਮੀਨਸ ਬਿਲੋ 1623 ਕੈਲਵਿਨ, ਯਾਨੀ ਕਿ ਬਿਲੋ ਦੀ ਵੈਲਿਊ ਹੈ ਮੈਗਨੀਸ਼ੀਅਮ ਐਕਟਸ ਐਜ਼ ਅ ਰਿਡਿਊਸਿੰਗ ਏਜੰਟ ਫॉर Al2O3। ਇਹਦਾ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਤੁਹਾਡੇ ਕੋਲ Al2O3 ਹੈ, ਤੁਹਾਡੇ ਕੋਲ ਐਲੂਮੀਨਾ ਹੈ, ਇਹਦੇ ਤੋਂ ਤੁਸੀਂ ਐਲੂਮੀਨੀਅਮ ਐਕਸਟਰੈਕਟ ਕਰਨਾ ਹੈ, ਤਾਂ ਤੁਸੀਂ ਰਿਡਿਊਸਿੰਗ ਏਜੰਟ ਕਿਹੜਾ ਯੂਜ਼ ਕਰ ਸਕਦੇ ਹੋ ਮੈਗਨੀਸ਼ੀਅਮ, ਵਿਚ ਇਜ਼ ਪਰ ਟੈਂਪਰੇਚਰ ਕਿੰਨਾ ਹੋਵੇ ਬਿਲੋ 1623 ਕੈਲਵਿਨ, ਕਿਉਂਕਿ ਅਬਵ 1623 ਕੈਲਵਿਨ ਮੈਗਨੀਸ਼ੀਅਮ ਕ੍ਰੋਸ ਕਰ ਜਾਏਗਾ ਅਤੇ ਐਲੂਮੀਨੀਅਮ ਨੀਚੇ ਆ ਜਾਏਗਾ। ਸੋ ਮੋਰਲ ਆਫ ਦਾ ਸਟੋਰੀ ਕੀ ਨਿਕਲਦਾ ਹੈ ਕਿ ਜਿੰਨੀਆਂ ਵੀ ਮੈਟਲਸ ਅਲਿੰਗਮ ਡਾਇਗਰਾਮ ਦੇ ਵਿੱਚ ਨੀਚੇ ਹੈ, ਉਹ ਆਪਣੇ ਤੋਂ ਉੱਪਰ ਵਾਲੇ ਆਕਸਾਈਡਸ ਵਾਸਤੇ ਰਿਡਿਊਸਿੰਗ ਏਜੰਟ ਐਕਟ ਕਰ ਸਕਦੇ ਹੈ। ਸਮਝ ਗਏ ਮੇਰੀ ਗੱਲ? ਜਾਨੀ ਕਿ ਮੈਂ ਕੀ ਕਹਿਣਾ ਚਾਹ ਰਹੀ ਹਾਂ ਕਿ ਜਿੰਨੀਆਂ ਵੀ ਨੀਚੇ ਵਾਲੀਆਂ ਕਰਵਸ ਹੈ, ਜਿਵੇਂ ਮੈਗਨੀਸ਼ੀਅਮ ਕੈਨ ਐਕਟ ਐਜ਼ ਅ ਰਿਡਿਊਸਿੰਗ ਏਜੰਟ ਫॉर Al2O3, ਐਲੂਮੀਨੀਅਮ ਕੈਨ ਐਕਟ ਐਜ਼ ਅ ਰਿਡਿਊਸਿੰਗ ਏਜੰਟ ਫॉर SiO2, ਸਮਝ ਗਏ? ਜਿਵੇਂ ਜਿਹੜੀਆਂ ਕਰਵਸ ਨੀਚੇ ਹੈ ਹੈ ਨਾ, ਉਹ ਉੱਪਰ ਵਾਲੇ ਆਕਸਾਈਡ ਜਿਹੜੀਆਂ ਕਰਵਸ ਨੀਚੇ ਹੈ ਉਹਨਾਂ ਦੇ ਜਿਹੜੇ ਮੈਟਲਸ ਹੈ ਉਹ ਉੱਪਰ ਵਾਲੇ ਆਕਸਾਈਡਸ ਵਾਸਤੇ ਰਿਡਿਊਸਿੰਗ ਏਜੰਟ ਐਕਟ ਕਰ ਸਕਦੇ ਹੈ, ਕਿਉਂਕਿ ਜਿਹੜੇ ਨੀਚੇ ਵਾਲੇ ਹੈ ਉਹਨਾਂ ਦਾ ਜਿਹੜਾ ਡੈਲਟਾ G ਹੈ ਉਹ ਮੋਰ ਨੈਗੇਟਿਵ ਹੈ, ਅਤੇ ਜਿਹੜੇ ਉੱਪਰ ਵਾਲੇ ਹੈ ਉਹਨਾਂ ਦਾ ਡੈਲਟਾ G ਲੈਸ ਨੈਗੇਟਿਵ ਹੈ। ਤਾਂ ਜਦੋਂ ਉਹਨਾਂ ਦੋਵਾਂ ਰਿਐਕਸ਼ਨਸ ਨੂੰ ਤੁਸੀਂ ਕਪਲ ਕਰਦੇ ਹੋ ਤਾਂ ਤੁਹਾਡੇ ਕੋਲ ਕੀ ਆ ਜਾਂਦੀ ਹੈ ਓਵਰਆਲ ਡੈਲਟਾ G ਦੀ ਵੈਲਿਊ ਨੈਗੇਟਿਵ। ਸਮਝ ਗਏ ਮੇਰੀ ਗੱਲ? ਦਿਸ ਇਜ਼ ਹਾਊ ਆਈ ਮੀਨ ਯੂ ਹੈਵ ਟੂ ਟੇਕ ਕੇਅਰ ਕਿ ਅਸੀਂ ਕਿਵੇਂ ਰਿਡਿਊਸਿੰਗ ਏਜੰਟਸ ਨੂੰ ਯੂਜ਼ ਕਰ ਸਕਦੇ ਹਾਂ, ਠੀਕ ਹੈ ਜੀ? ਹੁਣ ਐਲੂਮੀਨੀਅਮ ਕਾਫੀ ਨੀਚੇ ਸੀਗਾ, ਐਲੂਮੀਨੀਅਮ ਰਿਡਿਊਜ਼ਸ ਆਇਰਨ ਆਕਸਾਈਡ Cr2O3 NiO, ਪਰ ਡਜ਼ ਨਾਟ ਰਿਡਿਊਸ MgO, ਕਿਉਂਕਿ MgO ਤਾਂ ਉਹ ਤੋਂ ਨੀਚੇ ਲਾਈ ਕਰਦਾ ਹੈ ਐਟ ਦ ਟੈਂਪਰੇਚਰ ਬਿਲੋ 1500 Kelvin. This is the Lingam diagram. It's very, very important.
each and every understanding is very very important, right? So now let's talk about ਇਹਦੀਆਂ limitations. They are very simple limitations ਕਿ ਉਹ ਸਿਰਫ ਸਾਨੂੰ ਇਹ ਦੱਸਦਾ ਹੈ ਕਿ ਇਹ ਹੋਊਗਾ ਕਿ ਨਹੀਂ ਹੋਊਗਾ. ਇਟ ਡਜ਼ ਨਾਟ ਟੈਲ ਅਬਾਊਟ ਕਾਈਨੈਟਿਕਸ, ਯਾਨੀ ਕਿ ਕੋਈ ਸਪੀਡ ਬਾਰੇ ਨਹੀਂ ਦੱਸਦਾ ਵੀ ਰਿਐਕਸ਼ਨ ਫਾਸਟ ਹੋਊਗਾ ਕਿ ਸਲੋ ਹੋਊਗਾ. ਹੁਣ ਸਾਨੂੰ ਪਤਾ ਹੈ ਕਿ ਜਿਹੜਾ ਡੈਲਟਾ ਜੀ ਨੋਟ ਹੈ ਇਟਸ ਰਿਲੇਟਿਡ ਟੂ ਮਾਈਨਸ ਆਰ ਟੀ ਨੈਚੁਰਲ log of k. So it is based upon k, that means this is has to be in equilibrium, but this is not always true because the reactant product may be solid, right? Now there is another question for you. Why is the reduction of metal oxide easier if the metal formed is in the liquid state? यानी कि रिडक्शन ਉਹਦੀ ਈਜ਼ੀਅਰ ਹੋ ਜੂਗੀ ਕਿ ਜਿਹੜਾ ਸਾਡਾ ਮੈਟਲ ਹੈ ਉਹ ਲਿਕੁਇਡ ਸਟੇਟ 'ਤੇ ਹੋਵੇ. ਸੋ ਇੱਕ ਅਨਦਰ ਕੁਐਸਚਨ ਫॉर ਯੂ, ਇਹ ਚੰਗੀ ਤਰ੍ਹਾਂ ਪੜ੍ਹ ਕੇ ਕਿਉਂ ਸੋਚ ਕੇ ਪੜ੍ਹ ਕੇ ਤੋਂ ਵੀ ਮਤਲਬ ਇਹਦੇ ਵਿੱਚ ਕੋਈ ਮੈਂ ਇਸਦਾ ਇੰਨਾ ਜ਼ਿਕਰ ਨਹੀਂ ਕੀਤਾ, ਬਟ ਸਟਿਲ ਯੂ ਕੈਨ ਥਿੰਕ ਅਬਾਊਟ ਇਟ ਕਿ ਵਾਈ ਲਿਕੁਇਡ. ਆਈ ਕੈਨ ਗਿਵ ਯੂ ਅ ਹਿੰਟ ਲਾਈਜ਼ ਇਨ ਐਂਟਰੋਪੀ ਆਫ ਦ ਲਿਕੁਇਡ, ਕਿ ਜਿਹੜੀ ਲਿਕੁਇਡ ਦੀ ਐਂਟਰੋਪੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ. समझ गई मेरी गल. Then there is another topic, it's another question, right? Is it true that under certain conditions magnesium can reduce SiO2 and Si can reduce MgO? What are these conditions? ਆ ਦੋਵੇਂ ਗ੍ਰਾਫਸ ਹੈ, ਚੰਗੀ ਤਰ੍ਹਾਂ ਇਹਨਾਂ ਗ੍ਰਾਫਸ ਨੂੰ ਪੜ੍ਹ ਲਓ, ਡਰਾ ਕਰ ਲਓ ਐਂਡ ਯੂ ਵਿਲ ਡੂ ਦਿਸ ਕੁਐਸਚਨ. ਇਹਦਾ ਸਕਰੀਨਸ਼ਾਟ ਲੈ ਲਓ, ਲਿੰਗਮ ਡਾਇਗਰਾਮ ਨੂੰ ਚੰਗੀ ਤਰ੍ਹਾਂ ਸਮਝ ਕੇ you have to tell me ਕਿ ਇਸ ਕੁਐਸਚਨ ਨੂੰ ਕਿਵੇਂ ਸੋਲਵ ਕਰਾਂਗੇ. ਠੀਕ ਹੈ, I will wind up this for today. ਕੱਲ੍ਹ ਨੂੰ ਆਪਾਂ ਕਰਾਂਗੇ use of carbon for extracting metals. So I hope ਕਿ ਤੁਹਾਨੂੰ ਲਿੰਗਮ ਡਾਇਗਰਾਮ ਕੁਝ ਹੱਦ ਤੱਕ ਸਮਝ ਆ ਜਾਊਗਾ. If you learn it, hear it again and again, and it will become more clear, right?